ਹਾਲੇਲੂਇਆ। ਧੰਨਵਾਦ ਹੋ ਪਰਮੇਸ਼ਰ, ਤੇਰਾ ਧੰਨਵਾਦ, ਤੇਰਾ ਧੰਨਵਾਦ। ਸਵਰਗੀ ਪਿਤਾ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾਫ਼ ਕਰੋ, ਸਾਡੇ ਕਰਜ਼ਿਆਂ ਨੂੰ ਮਾਫ਼ ਕਰੋ, ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾਫ਼ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਮੇਨ। ਪ੍ਰਭੂ ਜੀ, ਦਇਆ ਕਰੋ, ਮਿਹਰ ਕਰੋ, ਦਇਆ ਕਰੋ, ਮਿਹਰ ਕਰੋ। ਮੇਰੀ ਪੁਕਾਰ ਨੂੰ ਸੁਣੋ, ਮੇਰੀ ਪੁਕਾਰ ਦੇ ਉੱਤੇ ਕੰਨ ਲਾਓ। ਤੁਹਾਡੇ ਬਚਨ ਵਿੱਚ ਲਿਖਿਆ ਹੋਇਆ ਮੇਰੇ ਪਰਮੇਸ਼ਰ ਜੀ, ਹਾਲੇਲੂਇਆ, ਜ਼ਬੂਰ 141 ਵਿੱਚ, ਹੇ ਪਿਤਾ, ਮੇਰੀ ਪੁਕਾਰ ਦੇ ਉੱਤੇ ਕੰਨ ਲਾ, ਮੇਰੀ ਪੁਕਾਰ ਨੂੰ ਸੁਣ। ਆਪਣੀਆਂ ਪਰਮੇਸ਼ਰ ਜੀ, ਤੁਸੀਂ ਤੇਰੇ ਬਚਨ 'ਚ ਲਿਖਿਆ, ਤੁਸੀਂ ਆਪਣੀਆਂ ਵਿਧੀਆਂ ਜਦੋਂ ਤੁਸੀਂ ਰੀਝ ਜਾਂਦੇ ਆ ਜਿਹਦੇ ਉੱਤੇ, ਉਹਨੂੰ ਆਪਣੀਆਂ ਵਿਧੀਆਂ ਤੁਸੀਂ ਆਪ ਸਿਖਾਉਂਦੇ ਆ, ਉਹਨੂੰ ਡੂੰਘੀ ਚੁੱਭੀਆਂ ਦੇ ਵਿੱਚ ਤੁਸੀਂ ਆਪ ਲੈ ਕੇ ਜਾਂਦੇ ਆ। ਹੇ ਪਿਤਾ, ਦਇਆ ਕਰੋ, ਮਿਹਰ ਕਰੋ। ਜਿਸ ਤਰ੍ਹਾਂ ਮੇਰੇ ਪਰਮੇਸ਼ਰ ਬਚਨ ਦੇ ਵਿੱਚ ਲਿਖਿਆ ਆ ਕਿ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ। ਹੇ ਪਿਤਾ, ਇਹਨੂੰ ਸ਼ੈਤਾਨੀ ਤਾਕਤ ਲੂਸੀਫਰ ਇਹਨੂੰ ਰਸਤੇ 'ਚ ਚਰਾ ਨਾ ਪਾਵੇ, ਖਿੱਚ ਨਾ ਸਕੇ, ਖੋ ਨਾ ਸਕੇ, ਪਹੁੰਚਣ ਤੋਂ ਰੋਕ ਨਾ ਸਕੇ। ਮੇਰੇ ਹੱਥਾਂ ਦਾ ਉਠਾਉਣਾ ਸਾਂਝ ਤੇ ਸਵੇਰ ਵਰਗਾ ਹੋਵੇ। ਮੇਰੇ ਮੂੰਹ ਦੇ ਉੱਤੇ ਰਾਖਾ ਰੱਖ, ਮੇਰੇ ਬੁੱਲਾਂ ਦੇ ਦਰ 'ਤੇ ਪਹਿਰੇ ਲਾ ਦੇ, ਅਤੇ ਮੇਰੇ ਦਿਲ ਨੂੰ ਭੈੜੇ ਪਾਸੇ ਤੋਂ ਮੋੜ ਕੇ ਆਪਣੇ ਚਰਨਾਂ ਦੇ ਵਿੱਚ ਲੈ ਆ। ਜੋ ਬੋਲਾਂ, ਮੂੰਹ ਖੋਲ੍ਹਾਂ। ਹੇ ਪਿਤਾ, ਤੇਰਾ ਮੂੰਹ, ਤੇਰੇ ਬੋਲ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਾਂ। ਜੋ ਮੇਰਾ ਇਹਦੇ ਵਿੱਚ ਕੋਈ ਵੀ ਇੱਕ ਰੇਤ ਦੇ ਦਾਣੇ ਜਿੰਨਾ ਵੀ ਕੋਈ ਹਿੱਸਾ ਨਹੀਂ ਹੈਗਾ, ਨਾ ਸਰੀਰ ਵਿੱਚ, ਨਾ ਹੀ ਬੋਲਣ ਵਾਲੇ ਦੇ ਵਿੱਚ, ਨਾ ਹੀ ਤੇਰੇ ਬਚਨ ਦੇ ਵਿੱਚ, ਕੋਈ ਹਿੱਸਾ ਨਹੀਂ। ਤੇਰਾ ਸਭ ਕੁਛ ਆ ਪਿਤਾ। ਹੇ ਪਿਤਾ, ਤੇਰਾ ਸਭ ਕੁਛ ਆ ਇਹ। ਮੈਂ ਕੋਈ ਬੁਲਾਰਾ ਨਹੀਂ, ਮੈਂ ਕੋਈ ਸਮਝ ਵਾਲਾ ਨਹੀਂ। ਤੇਰੇ ਘਰ ਦੇ ਵਿੱਚ ਮੇਰੇ ਵਰਗਿਆਂ ਦੇ ਕਾਮਧੇਨ ਗਊਆਂ ਦੇ ਵੱਗ ਹਜ਼ਾਰਾਂ, ਕਾਮਧੇਨ ਗਊਆਂ ਦੇ ਵੱਗ ਹਜ਼ਾਰਾਂ, ਹਜ਼ਾਰਾਂ ਹਜ਼ਾਰਾਂ, ਕਰੋੜਾਂ ਕਰੋੜਾਂ, ਗਿਣੇ ਨਹੀਂ ਜਾਂਦੇ। ਗਿਆਨਵਾਨ ਤੇਰੇ ਦਰ ਦੇ ਉੱਤੇ ਗਿਣੇ ਨਹੀਂ ਜਾਂਦੇ। ਜਿੰਨੇ ਹੱਥ ਬੰਨ੍ਹ ਕੇ ਖੜੇ ਆ ਉਹ ਗਿਣੇ ਨਹੀਂ ਜਾਂਦੇ। ਹੇ ਪਰਮੇਸ਼ਰ, ਮੈਨੂੰ ਤੁਸੀਂ ਰਹਿਮਤ ਕੀਤੀ ਆ। ਇੰਨੀ ਰਹਿਮਤ ਕਰੋ ਮੇਰੇ ਪਰਮੇਸ਼ਰ ਕਿ ਮੈਨੂੰ ਤੂੰ ਦਿਸੇ। ਤੇਰੇ ਬਚਨ ਖੁਦ ਮੈਂ ਸੁਣਾ। ਜਿਹੜਾ ਮੇਰੇ ਅੰਦਰ ਤੂੰ ਆਤਮਾ ਬਿਠਾਇਆ ਨਾ, ਥੋੜ੍ਹੀ ਜੁਦਾਈ ਪਾਈ ਹੈ ਸਰੀਰ ਕਰਕੇ, ਇਹ ਭਿੱਜ ਭਿੱਜ ਕੇ ਤੇਰੇ ਬਚਨਾਂ ਨੂੰ ਸੁਣੇ, ਅਤੇ ਜਦੋਂ ਮੂੰਹ 'ਚੋਂ ਬੋਲੇ ਤੇਰੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹੇ। ਅਤੇ ਮੇਰੇ ਪਿਤਾ, ਇਹ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਦਾ ਹੋਇਆ ਇਹ ਸਰੀਰ ਤੇਰਾ, ਆਤਮਾ ਤੇਰਾ ਆਪ ਵੀ ਸੁਣੇ, ਇਸ ਰੋਟੀ ਨੂੰ ਆਪ ਵੀ ਖਾਵੇ, ਸੁਣੇ ਵੀ ਅਤੇ ਖਾਵੇ ਵੀ ਅਤੇ ਵੰਡੇ ਵੀ। ਕੜਛੀ ਇੱਦਾਂ ਨਾ ਹੋਵੇ ਵੀ ਕੜਛੀ ਭੋਜਨ ਵੰਡੀ ਜਾਵੇ ਅਤੇ ਆਪ ਸੱਖਣੀ ਰਹਿ ਜਾਵੇ। ਇਹ ਨਾ ਗੱਲ ਹੋਵੇ ਮੇਰੇ ਪਿਤਾ। ਮੈਨੂੰ ਆਪਣਾ ਬੱਚਾ ਬਣਾ ਕੇ, ਨਿੱਕਾ ਜਿਹਾ ਬੱਚਾ ਬਣਾ ਕੇ, ਜਿਵੇਂ ਮਾਂ ਬੱਚੇ ਦੇ ਮੂੰਹ ਦੇ ਵਿੱਚ ਦੁੱਧ ਪਾਉਂਦੀ ਆ, ਆਪਣਾ ਬਚਨ ਮੇਰੇ ਮੂੰਹ ਵਿੱਚ ਇਸ ਤਰ੍ਹਾਂ ਪਾਈ। ਜਦ ਮੂੰਹ ਖੋਲ੍ਹਾਂ, ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਾਂ ਔਰ ਆਪ ਵੀ ਆਨੰਦ ਲਵਾਂ ਉਸ ਖੁਸ਼ਖਬਰੀ ਤੋਂ। ਹੇ ਪਿਤਾ, ਤੇਰਾ ਧੰਨਵਾਦ ਕਰਦੀ, ਤੇਰਾ ਸ਼ੁਕਰ ਕਰਦੀ ਹਾਂ ਕਿ ਅੱਜ ਦਾ ਬਚਨ, ਕੱਲ੍ਹ ਦਾ ਬਚਨ ਜਿਹੜਾ ਸੀਗਾ ਪਰਮੇਸ਼ਰ, ਹੇ ਮੇਰੇ ਪਿਤਾ, ਜਿਹੜਾ ਕੱਲ੍ਹ ਦਾ ਬਚਨ ਸੀ ਉਹ ਸੀ 12 ਟੋਕਰੀਆਂ 12 ਟੋਕਰੀਆਂ ਤੁਸੀਂ ਉਹ ਸੀ ਟੁਕੜਿਆਂ ਦੀਆਂ ਭਰੀਆਂ। ਉਹ ਸੀ ਤੁਹਾਡੇ ਬਚਨ ਦੇ, ਉਹ ਤੁਹਾਡੇ ਬਚਨ ਸੀ, ਉਹ ਤੁਹਾਡਾ ਮਿਲਾਪ ਸੀ, ਹਲੀਮੀ ਸੀ, ਸ਼ਾਂਤੀ ਸੀ, ਹਾਲੇਲੂਇਆ, ਨੇਕ ਬੁੱਧੀ ਸੀ, ਨਿਹਚਾ ਅਤੇ ਪ੍ਰੇਮ ਸੀ, ਧਰਮ ਸੀ। ਪਿਤਾ, ਤੁਸੀਂ ਵੰਡਣ ਦੇ ਲਈ, ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਇਸ਼ਾਰਾ ਦਿੱਤਾ ਸੀ ਚੇਲਿਆਂ ਨੂੰ, ਕਿਹਾ ਇਹਨਾਂ ਨੂੰ ਕੁਛ ਭੁੱਖੇ ਆ ਅਤੇ ਖਿਲਾਓ, ਇਹਨਾਂ ਨੂੰ ਕੁਛ ਵੰਡੋ। ਅਤੇ ਚੇਲੇ ਬੜੇ ਹੈਰਾਨ ਹੋਏ, ਕਹਿੰਦੇ ਪ੍ਰਭੂ, ਸਾਡੇ ਕੋਲ ਕੀ ਇੱਥੇ ਜੰਗਲ ਵਿੱਚ ਅਸੀਂ ਇਹਨਾਂ ਨੂੰ ਵੰਡ ਦਈਏ ਜਿਹੜਾ। ਪਰ ਪਰਮੇਸ਼ਰ ਕੋਲ ਬਹੁਤ ਕੁਛ ਵੰਡਣ ਨੂੰ।
ਉਹਨੇ ਉਹ ਵੰਡਣ ਨੂੰ ਦੇਣ ਲਈ ਕਿਹਾ ਸੀ ਉਹਨਾਂ ਨੂੰ, ਜਿਹੜਾ ਅੱਜ ਤੱਕ ਵੰਡੀ ਜਾਂਦੇ, ਮਲਟੀਪਲਾਈ ਹੋ ਗਿਆ। ਅੱਜ ਤੱਕ ਵੰਡੀ ਜਾਂਦੇ ਆ, ਉਹ ਨਾ ਮੁੱਕਿਆ ਤੇ ਨਾ ਮੁੱਕਣਾ। ਅੱਜ ਤੱਕਰ ਕੀ ਜਦ ਤੱਕ ਪਰਮੇਸ਼ਰ ਦੀ ਮਰਜ਼ੀ ਆ, ਲੀਲਾ ਆ, ਜਦ ਤੱਕ ਪਰਮੇਸ਼ਰ ਦੇ ਦਾਸਾਂ ਨੇ, ਦੂਤਾਂ ਨੇ ਵੰਡੀ ਜਾਣਾ ਆ। ਇਹ ਵੰਡਣ ਨੂੰ ਪਹਿਲਾਂ ਹੀ ਬਚਨ ਦਿੱਤਾ, ਚੇਲਿਆਂ ਨੂੰ ਕਿਹਾ ਇਹਨਾਂ ਨੂੰ ਕੁਛ ਵੰਡੋ, ਇਹਨਾਂ ਨੂੰ ਕੁਛ ਖਿਲਾਓ। ਤੇ ਫਿਰ ਪਰਮੇਸ਼ਰ ਕਹਿੰਦੇ ਲਿਆਓ, ਜਸੂ ਮਸੀਹ ਪਿਤਾ ਜੀ ਕਹਿੰਦੇ ਲਿਆਓ ਫਿਰ ਤੁਹਾਡੇ ਕੋਲ ਕੀ। ਕਹਿੰਦੇ ਪਿਤਾ 5 ਰੋਟੀਆਂ ਤੇ 2 ਮੱਛੀਆਂ, 2 ਮੱਛੀਆਂ, ਇਹਨਾਂ ਨਾਲ ਕੀ ਬਣੂਗਾ। ਉਹ ਨਹੀਂ ਜਾਣਦੇ ਸੀ ਕਿ ਇਹ 5 ਰੋਟੀਆਂ ਨਹੀਂ, ਇਹ 2 ਮੱਛੀਆਂ ਨਹੀਂ, ਇਹ ਸਾਡੇ ਦਿਖਣ ਵਿੱਚ 2 ਮੱਛੀਆਂ ਆ, ਸਾਡੇ ਦਿਖਣ 'ਚ 5 ਰੋਟੀਆਂ ਆ, ਪਰ ਪਰਮੇਸ਼ਰ ਦੇ ਦਿਖਣ ਵਿੱਚ ਤਾਂ ਇਹ ਹੋਰ ਕੁਛ ਆ, ਜਿਹੜਾ ਤੁਹਾਨੂੰ ਪਰਮੇਸ਼ਰ ਜੀ ਗੰਢ ਕਾਫੀ ਖੋਲ ਚੁੱਕੇ ਆ। ਤੇ 12 ਟੋਕਰੀਆਂ ਦੀ ਜ਼ਿੰਮੇਵਾਰੀ ਦੇ ਚੁੱਕੇ ਆ। ਅਸੀਂ ਟੋਕਰੀ ਢੋਣ ਵਾਲੇ ਆ, ਪਰਮੇਸ਼ਰ ਦੇ ਬੱਚੇ। ਤੇ ਟੋਕਰੀ ਨੂੰ ਗਲਤ ਥਾਂ ਤੇ ਲਿਜਾ ਕੇ ਨਾ ਸੁੱਟੀਏ। ਜਿੱਥੇ ਪਰਮੇਸ਼ਰ ਨੇ ਕਿਹਾ ਚੁੱਕ ਚੁੱਕ ਢੇਰ ਲਾਓ, ਉੱਥੇ ਹੀ ਲਾਈਏ। ਸਾਵਧਾਨ ਰਹੀਏ ਜਦੋਂ ਸਿਰ ਤੇ ਟੋਕਰਾ ਹੋਵੇ, ਕਿ ਜੋ ਅਸੀਂ ਬੋਲਦੇ ਹਾਂ ਅਸੀਂ ਆਪ ਵੀ ਕਰਦੇ ਹਾਂ, ਜਾਂ ਕਿ ਦੂਜਿਆਂ ਤੇ ਇੱਦਾਂ ਉਂਗਲ ਕਰਦੇ ਹਾਂ, ਤੇ 3 ਤੁਹਾਨੂੰ ਐਟੋਮੈਟਿਕ ਜਾਂਦੀਆਂ ਆ। ਯਾਦ ਰੱਖਿਓ ਸਾਰੇ, ਮੈਂ ਵੀ ਯਾਦ ਰੱਖਾਂ, ਮੈਂ ਵੀ ਤੁਹਾਡੇ ਵਰਗਾ ਹੀ ਪਰਮੇਸ਼ਰ ਦਾ ਇੱਕ ਬੱਚਾ ਆ, ਅਣਜਾਣ ਜਿਹਾ। ਗੁਣ ਸਾਰੇ ਉਹਦੇ ਆ, ਬੋਲ ਸਾਰੇ ਉਹਦੇ ਆ। ਚਾਹਵੇ ਤਾਂ ਉਹ ਹੁਣੇ ਪਟਕ ਦੇਣੀ। ਕੀ ਕੋਈ ਕਹੂਗਾ। ਬਚਨ ਪੜ੍ਹਦੀ ਸੀ ਬੀਬੀ ਹਰਭਜਨ ਕੌਰ, ਪੜ੍ਹਦੀ ਧੌਣ ਲਟਕ ਗਈ। ਕੀ ਅਸੀਂ ਇੱਕ ਦਮ ਦੇ ਪ੍ਰਾਹੁਣੇ। ਮਿੱਟੀ ਦੀਆਂ ਬਾਵਿਆ, ਓਏ ਮਿੱਟੀ ਦਿਆ ਬਾਵਿਆ। ਇਸ ਗੱਲ ਨੂੰ ਯਾਦ ਰੱਖੋ। ਵਾਰ ਮੇਰਾ ਕਹਿਣ ਨੂੰ ਦਿਲ ਬਹੁਤ ਕਰਦਾ। ਓਏ ਮੈਂ ਤੁਹਾਨੂੰ ਨਹੀਂ ਕਹਿ ਰਹੀ ਕਿਸੇ ਨੂੰ, ਆਪਣੇ ਆਪ ਨੂੰ ਕਹਿ ਰਹੀ ਹਾਂ। ਤੁਸੀਂ ਇਹ ਤੋਂ ਲੈਣਾ ਤੇ ਜ਼ਰੂਰ ਲੈ ਲਓ। ਆਮੀਨ ਕਹਿ ਕੇ ਲੈਣਾ ਤੇ ਤੁਸੀਂ ਵੀ ਲੈ ਲਓ। ਮਿੱਟੀ ਦਿਆ ਬਾਵਿਆ, ਓਏ ਮਿੱਟੀ 'ਚ ਮਿਲ ਜਾਣਾ, ਓਏ ਮਿੱਟੀ ਦਿਆ ਬਾਵਿਆ, ਮਿੱਟੀ 'ਚ ਮਿਲ ਜਾਣਾ। ਮਿੱਟੀ ਦਾ ਬਣਾਇਆ ਤੈਨੂੰ ਮਿੱਟੀ 'ਚ ਮੁੜ ਜਾਣਾ, ਮਿੱਟੀ ਦਾ ਬਣਾਇਆ ਤੈਨੂੰ ਮਿੱਟੀ 'ਚ ਮੁੜ ਜਾਣਾ। ਇਸ ਮਿੱਟੀ ਦਾ ਪਰਮੇਸ਼ਰ ਨੇ ਤੈਨੂੰ ਬਣਾ ਕੇ ਆਪਣਾ ਸਾਹ ਵਿੱਚ ਪਾਇਆ। ਯਾਦ ਰੱਖੀ, ਓਏ ਯਾਦ ਰੱਖੀ ਬੰਦਿਆ। ਸੁਣਨ ਵਾਲਿਓ, ਬੱਚਿਓ, ਯਾਦ ਰੱਖਿਓ। ਪਰਮੇਸ਼ਰ ਦਿਓ ਧੀਓ ਤੇ ਪੁੱਤਰੋ, ਯਾਦ ਰੱਖਿਓ। ਇਹ ਇੱਕ ਪਰਮੇਸ਼ਰ ਨੇ ਰਚਨਾ ਰਚਾਈ ਆ, ਇਹ ਇੱਕ ਖੇਡ ਰਚਾਈ ਆ। ਓਏ ਇੱਥੇ ਜਲਸਾਂ ਦੇ ਨਾਲ, ਵਿਰੋਧਾਂ ਦੇ ਨਾਲ, ਹੰਕਾਰ ਨਾਲ ਆਪਣੇ ਆਪ ਨੂੰ ਜਕੜਬੰਦ ਨਾ ਪਾਓ। ਸ਼ੈਤਾਨ ਦੇ ਜਕੜਬੰਦਾਂ ਵਿੱਚੋਂ ਨਿਕਲਣਾ। ਤੇ ਅੱਜ ਪਰਮੇਸ਼ਰ ਦੇਖੋ ਕੀ ਕਹਿੰਦਾ ਆ, ਅੱਜ ਸਾਨੂੰ ਕੀ ਵੰਡਦਾ ਆ। ਆਓ ਆਪਾਂ ਪਿਆਰ ਦੇ ਨਾਲ ਸੁਣੀਏ। ਅੱਜ ਪਰਮੇਸ਼ਰ 15, ਕੱਲ੍ਹ 14 ਸੀ ਤੇ ਅੱਜ 15 ਮੱਤੀ ਦੇ ਵਿੱਚੋਂ ਬੋਲਦੇ ਆ। 15 ਮੱਤੀ ਦੇ ਵਿੱਚ ਪਰਮੇਸ਼ਰ ਜੀ ਕਹਿੰਦੇ ਚੇਲਿਆਂ ਆਪਣਿਆਂ ਨੂੰ 32 ਆਇਤ ਤੇ 15 ਮੱਤੀ ਦਾ ਚੈਪਟਰ ਆ ਤੇ 32 ਆਇਤ ਵਿੱਚ ਪਰਮੇਸ਼ਰ ਕਹਿੰਦੇ ਆਪਣੇ ਚੇਲਿਆਂ ਨੂੰ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਅਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ, ਅਰ ਮੈਂ ਨਹੀਂ ਚਾਹੁੰਦਾ ਜੋ ਉਹਨਾਂ ਨੂੰ ਭੁੱਖਿਆਂ ਵਿਦਿਆ ਕਰਾਂ। ਪਰਮੇਸ਼ਰ ਨਹੀਂ ਚਾਹੁੰਦੇ ਕਿਸੇ ਨੂੰ ਦੁੱਖ ਦਿੱਤਾ ਜਾਵੇ। ਪਰਮੇਸ਼ਰ ਨਹੀਂ ਚਾਹੁੰਦੇ, ਕਿਉਂਕਿ ਪਰਮੇਸ਼ਰ ਨੇ ਸਾਜਿਆ ਹੈ ਨਾ ਸਾਨੂੰ, ਉਹ ਸਭ ਤੇ ਤਰਸ ਕਰਦੇ ਆ। ਮਤੇ ਉਹ ਰਸਤੇ ਵਿੱਚ ਹੁੱਸ ਜਾਣ, ਕਿਉਂਕਿ ਭੁੱਖ ਦੇ ਮਾਰੇ। ਤਾਂ ਚੇਲਿਆਂ ਨੇ ਉਹਨੂੰ ਆਖਿਆ, ਉਜਾੜ ਵਿੱਚ ਅਸੀਂ ਇੰਨੀਆਂ ਰੋਟੀਆਂ ਕਿੱਥੋਂ ਲਿਆਈਏ।
ਦੇਖੋ ਨਾਲ ਰਹਿਣ ਵਾਲੇ ਪਰਮੇਸ਼ਰ ਨੂੰ ਕਹਿੰਦੇ ਅਸੀਂ ਕਿੱਥੋਂ ਲਿਆਈਏ ਰੋਟੀਆਂ। ਇਹ ਨਹੀਂ ਕਹਿ ਰਹੇ ਕਿ ਪਰਮੇਸ਼ਰ ਤੁਸੀਂ ਇਹਨਾਂ ਨੂੰ ਰਜਾ ਸਕਦੇ ਆ, ਅਸੀਂ ਨਹੀਂ। ਨਹੀਂ ਕਹਿੰਦੇ ਅਸੀਂ ਰੋਟੀਆਂ ਕਿੱਥੋਂ ਲਿਆਈਏ, ਕਿਉਂਕਿ ਹਜੇ ਪਰਮੇਸ਼ਰ ਨੇ ਉਹਨਾਂ ਦੇ ਵਿੱਚ ਆਤਮਾ ਨਹੀਂ ਸੀ ਪਾਇਆ। ਪਵਿੱਤਰ ਆਤਮਾ ਤਾਂ ਪਰਮੇਸ਼ਰ ਨੇ ਬਾਅਦ ਵਿੱਚ ਪਾਇਆ ਉਹਨਾਂ ਦੇ, ਜਦੋਂ ਕਬਰ ਚੋਂ ਨਿਕਲੇ ਆ। ਉਸ ਤੋਂ ਵੀ ਬਾਅਦ ਵਿੱਚ ਉਦੋਂ ਪੂਰਾ ਪਾਇਆ ਜਦੋਂ ਬਚਨ ਦਿੱਤਾ 120 ਜਣਿਆਂ ਤੇ, ਰਸੂਲ 2 ਵਿੱਚ ਲਿਖਿਆ ਆ, ਜਦੋਂ ਪਰਮੇਸ਼ਰ ਨੇ ਪਵਿੱਤਰ ਆਤਮਾ ਦਾ ਉਤਾਰਾ ਕੀਤਾ। 500 ਉਡੀਕਦੇ ਸੀ ਔਰ 500 ਚੋਂ 120 ਜਾਣੇ ਰਹਿ ਗਏ ਸੀਗੇ, ਮਰਦ ਜਨਾਨੀਆਂ ਰਲ ਕੇ, ਇਕੱਲੇ ਮਰਦ ਨਹੀਂ ਸੀ, ਰਲ ਕੇ ਬੱਚੇ ਸਭ 120 ਜਾਣੇ ਸੀ। ਤਾਂ ਉਦੋਂ ਫਿਰ ਪਵਿੱਤਰ ਆਤਮਾ ਜਦੋਂ ਦਿੱਤਾ ਗਿਆ ਤਾਂ ਫਿਰ ਸੋਝੀਆਂ ਆਈਆਂ ਸੀ। ਉਹਨਾਂ ਚਿਕਰ ਸੋਝੀ ਨਹੀਂ ਸਾਨੂੰ ਹੈਗੀ, ਜੋ ਮਰਜ਼ੀ ਕਰ ਲਈਏ। ਅਤੇ ਉਹ ਹੁਣ ਕਹਿੰਦੇ ਅਸੀਂ ਕਿੱਥੋਂ ਖਲਾਈਏ, ਅਸੀਂ ਕਿੱਥੋਂ ਲਿਆਈਏ ਜੰਗਲ ਦੇ ਵਿੱਚ, ਉਜਾੜ ਦੇ ਵਿੱਚ ਰੋਟੀਆਂ ਇਹਨਾਂ ਲਈ, ਰੋਟੀਆਂ ਕਿੱਥੋਂ ਲਿਆਈਏ? ਜੇ ਜੋ ਐਡੀ ਭੀੜ ਨੂੰ ਰਜਾਈਏ, ਅਸੀਂ ਕੀ ਕਰੀਏ? ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ 7 ਅਤੇ ਥੋੜ੍ਹੀਆਂ ਨਿੱਕੀਆਂ ਮੱਛੀਆਂ ਹਨ। 7 ਰੋਟੀਆਂ। ਤੇ ਪਰਮੇਸ਼ਰ ਨੂੰ ਕੀ ਚਾਹੀਦਾ ਸੀ? ਪਰਮੇਸ਼ਰ ਨੂੰ 7 ਰੋਟੀਆਂ ਹੀ ਚਾਹੀਦੀਆਂ ਸੀ। ਪਰਮੇਸ਼ਰ ਦਾ ਸਰੀਰ ਸੀ ਜਿਹੜਾ ਯਿਸੂ ਦਾ, ਉਹ 7 ਦਾ ਸਰੀਰ ਸੀ। ਉਹ ਕਹਿੰਦਾ ਜੀਵਨ ਦੀ ਰੋਟੀ ਮੈਂ ਹਾਂ, ਜਿਹੜਾ ਮੇਰੇ ਬਦਨ ਨੂੰ ਨਹੀਂ ਖਾਂਦਾ ਉਹ ਮੇਰਾ ਨਹੀਂ, ਜਿਹੜਾ ਮੇਰੇ ਬਦਨ ਦਾ ਲਹੂ ਨਹੀਂ ਪੀਂਦਾ ਉਹ ਮੇਰਾ ਨਹੀਂ। ਤੇ ਪਰਮੇਸ਼ਰ ਨੇ ਕਿਹਾ, ਅੱਛਾ ਇਸ ਤਰ੍ਹਾਂ ਕਰੋ, ਲਿਆਓ 7 ਰੋਟੀਆਂ ਤੇ ਥੋੜ੍ਹੀਆਂ ਨਿੱਕੀਆਂ ਮੱਛੀਆਂ ਹਨ। ਤਦ ਉਸਨੇ ਭੀੜ ਨੂੰ ਆਖਿਆ ਜੋ ਭੁੰਜੇ ਬੈਠ ਜਾਣ। ਤਾਂ ਉਸਨੇ ਉਹ 7 ਰੋਟੀਆਂ ਅਰ ਮੱਛੀਆਂ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਤੇ ਚੇਲਿਆਂ ਨੂੰ ਦਿੱਤੀਆਂ, ਅਤੇ ਚੇਲਿਆਂ ਨੇ ਲੋਕਾਂ ਨੂੰ, ਅਤੇ ਉਹ ਸਭੋ ਖਾ ਕੇ ਰੱਜ ਗਏ। ਚੇਲਿਆਂ ਨੇ ਲੋਕਾਂ ਨੂੰ ਵਰਤਾਈਆਂ, ਅੱਜ ਵੀ ਵਰਤਾ ਰਹੇ ਆ, ਮਲਟੀਪਲਾਈ ਹੋ ਗਏ ਆ, ਬਹੁਤ ਹੋ ਗਏ ਆ, ਅੰਤ ਨਹੀਂ ਕੋਈ। ਐਸਾ ਲੰਗਰ ਲਾਏ ਉਹ ਮੁੱਕਦੇ ਨਹੀਂ। ਆਤਮਾ ਦੇ ਲੰਗਰ, ਅੰਦਰ ਦੇ ਲੰਗਰ, ਬਾਹਰ ਦੇ ਲੰਗਰ ਵੀ ਲਾਤੇ ਤੇ ਅੰਦਰ ਦੇ ਵੀ ਲਾਤੇ। ਇੱਕ ਹੀ ਨਹੀਂ ਲੰਗਰ ਰੱਖੇ, ਹਵਾ ਬਾਹਰੋਂ ਵੀ, ਚੌਂਕਾ ਹਵਾ ਦਾ ਆਇਆ ਤਾਂ ਬਾਹਰੋਂ ਵੀ ਸਰੀਰ ਨੂੰ ਸ਼ਾਂਤੀ ਤੇ ਠੰਡਕ ਮਿਲੀ, ਔਰ ਸਾਹ ਵੀ ਉਸ ਹਵਾ ਦੇ ਨਾਲ ਹੀ ਆਇਆ। ਇਹ ਆਪਾਂ ਨੂੰ ਪਤਾ ਹੈ ਨਾ, ਕਿੱਦਾਂ ਨਵੇਂ ਸਾਹ ਦਿੰਦਾ, ਅੰਦਰੋਂ ਕੱਢਦਾ ਪਾਉਂਦਾ, ਹਵਾ ਨਾਲ ਆਉਂਦੇ ਨਾ। ਏਰ ਦੇ ਨਾਲ ਆਉਂਦੇ, ਤਾਂ ਜੇ ਏਰ ਬੰਦ ਕਰ ਦੇਵੇ, ਹਵਾ ਬੰਦ ਕਰ ਦੇਵੇ, ਤਾਂ ਅਸੀਂ ਉਸੇ ਵੇਲੇ ਸਾਹ ਘੁੱਟ ਕੇ ਖਤਮ, ਟਾਈਮ ਤਾਂ ਨਹੀਂ ਲੱਗਣਾ ਕੁਛ ਵੀ, ਇੱਕਦਮ ਦੇ ਵਿੱਚ ਪਰਾਉਣੇ ਗਏ। ਜਦੋਂ ਸਾਡਾ ਸਾਹ ਹਵਾ ਬਾਹਰ ਦੀ, ਜੇ ਕਿਤੇ ਹਵਾ ਨਾ ਆਉਂਦੀ ਹੋਵੇ ਤਾਂ ਅਸੀਂ ਕਹਿੰਦੇ ਹੋ ਦਰਵਾਜ਼ਾ ਖੋਲ੍ਹੋ, ਸਾਡਾ ਸਾਹ ਘੁੱਟ ਹੋ ਗਿਆ। ਜਦੋਂ ਇਹ ਰੋਟੀਆਂ ਵਰਤਾਈਆਂ, 7 ਦੀ ਰੋਟੀਆਂ ਵਰਤਾਈਆਂ, 7 ਦੀਆਂ, ਬਾਹਰ ਵੀ ਲੰਗਰ ਚੱਲਦੇ ਆ। ਦੇਖੋ ਜਿੱਥੇ ਜਿੱਥੇ ਯਿਸੂ ਮਸੀਹ ਨੂੰ ਮੰਨਿਆ ਜਾਂਦਾ ਨਾ, ਉਹ ਮੁਲਕਾਂ ਦੇ ਵਿੱਚ, ਉਹਨਾਂ ਮੁਲਕਾਂ ਦੇ ਵਿੱਚ ਕਿੰਨੇ ਲੋ ਚੰਗੇ ਆ। ਪਰ ਜਿੱਥੇ ਯਿਸੂ ਮਸੀਹ ਦੀ ਗੌਰਮੈਂਟਾਂ ਦੇ ਅੰਦਰ ਮਾਨਿਅਤਾ ਹੈ ਨਹੀਂ ਗੀ ਨਾ, ਜਿਹੜੀਆਂ ਗੌਰਮੈਂਟਾਂ ਯਿਸੂ ਮਸੀਹ ਨੂੰ ਨਹੀਂ ਮੰਨਦੀਆਂ ਨਾ, ਉਹ ਕਿੱਦਾਂ ਤਿੱਖਣੀ ਰਵਾਉਂਦੀਆਂ ਆ ਆਪਣੀਆਂ ਜਨਤਾ ਨੂੰ, ਆਪਣੀ ਮੁਲਕ ਨੂੰ। ਭੁੱਖੇ ਮਰਦੇ ਆ ਉਹ ਮੁਲਕ, ਬੁਰੀਆਂ ਹਾਲਤਾਂ ਆ, ਔਰ ਰਾਜੇ ਆਪਣੇ ਖਜ਼ਾਨੇ ਭਰਦੇ ਆ। ਪਰ ਜਿਹੜੇ ਮੁਲਕ ਵਿੱਚ ਯਿਸੂ ਮਸੀਹ ਨੂੰ ਮੰਨਿਆ ਜਾਂਦਾ ਆ, ਪਰਮੇਸ਼ਰ ਉਹਦੇ ਹੁਕਮ ਵਿੱਚ ਚੱਲਦੇ ਆ ਜਿਹੜੇ, ਉਹਨਾਂ ਮੁਲਕਾਂ ਨੂੰ ਲੋਕ ਜਾਣ ਨੂੰ ਤਰਸਦੇ ਆ, ਔਰ ਨਾਂ ਤੋਂ ਨਫ਼ਰਤ ਕਰਦੇ ਆ। ਇੰਨਾ ਖੋਟ ਆ ਲੋਕਾਂ ਦੇ ਵਿੱਚ, ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਆਉਣ ਨੂੰ ਤਰਸਦੇ ਆ, ਪਰ
ਜਦੋਂ ਕਿਹਾ ਜਾਵੇ ਨਾ, ਨਹੀਂ ਜੀ ਸਾਡਾ ਗੁਰੂ ਤਾਂ ਬਹੁਤ ਵੱਡਾ ਆ, ਨਹੀਂ ਜੀ, ਪਰ ਹੈ ਤਾਂ ਸਾਰੇ ਹੀ ਚੰਗੇ, ਮਾੜਾ ਤਾਂ ਕੋਈ ਵੀ ਨਹੀਂ ਗਾ। ਪਰ ਜਦੋਂ ਇਹ ਰੋਟੀਆਂ ਦੀ ਗੱਲ ਆ, ਜਿੱਥੇ ਸਾਨੂੰ ਬਾਹਰ ਬੈਠਿਆਂ ਨੂੰ ਵੀ ਬਾਹਰ ਦੀਆਂ ਰੋਟੀਆਂ ਅੱਜ ਤੱਕ ਮਿਲਦੀਆਂ ਆ। ਦੁੱਖ ਸੁੱਖ ਹੋਵੇ, ਬਿਮਾਰੀ ਹੋਵੇ, ਹੌਸਪੀਟਲ 'ਚ ਫ੍ਰੀ ਲੱਖਾਂ ਲੱਗ ਜਾਏ, ਕਿੰਨਾ ਖਰਚਾ ਆ ਜਾਏ, ਇੱਕ ਵੀ ਪੈਸਾ ਨਹੀਂ ਲੱਗਦਾ। ਰੁਜ਼ਗਾਰ ਚਲੀ ਜਾਏ ਤੇ ਘਰ ਬੈਠੇ ਨੂੰ ਚੈੱਕ ਆ ਜਾਂਦਾ। ਜਾ ਕੇ ਕਿਸੇ ਦੀ ਡੋਰ ਵੀ ਨਹੀਂ ਖੜਕਾ ਖੜਕਾ ਕੇ ਕਹਿਣਾ ਪੈਂਦਾ, ਝੋਲੀ ਵੀ ਨਹੀਂ ਜਾ ਕੇ ਅੱਡਣੀ ਪੈਂਦੀ। ਇਹ ਪ੍ਰਭੂ ਯਿਸੂ ਮਸੀਹ ਦਾ ਪ੍ਰਤਾਪ ਆ, ਇਹ ਪਰਮੇਸ਼ਰ ਦਾ ਪ੍ਰਤਾਪ ਆ, ਇਹ ਉਹਦੀ ਦਇਆ। ਆਹ ਰੋਟੀਆਂ ਜਿਹੜੀਆਂ ਆ, ਆਹ ਰੋਟੀਆਂ ਜਿਹੜੀਆਂ ਵੰਡੀਆਂ ਨਾ ਅੱਜ 7 ਦੀਆਂ, ਤੇ ਕੱਲ੍ਹ ਦੇ ਬਚਨ ਵਿੱਚ ਵੰਡੀਆਂ ਸੀਗੀਆਂ ਬਚਨ ਦੀਆਂ, ਨੇਚਾ ਦੀਆਂ, ਪ੍ਰੇਮ ਦੀਆਂ, ਮਿਲਾਪ ਦੀਆਂ, ਸ਼ਾਂਤੀ ਦੀਆਂ ਵੰਡੀਆਂ ਸੀ ਕੱਲ ਧਰਮ ਦੀਆਂ ਤੇ ਸੱਚਾਈ ਦੀਆਂ ਰੋਟੀਆਂ। ਅੱਜ ਪ੍ਰਭੂ ਵੰਡ ਰਿਹਾ 7 ਦੀਆਂ ਰੋਟੀਆਂ। 7 ਰੋਟੀਆਂ ਸੀ, ਅਰ ਮੱਛੀਆਂ ਥੋੜੀਆਂ ਜਿਹੀਆਂ ਕੋਈ ਮੱਛੀਆਂ ਸੀ, ਨਿੱਕੀਆਂ ਨਿੱਕੀਆਂ ਉਹ ਵੀ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ। ਅਤੇ ਪਿੱਛੋਂ ਸਭੇ ਖਾ ਕੇ ਰੱਜ ਗਏ, ਔਰ ਬਚਿਆ ਹੋਇਆਂ ਟੁਕੜਿਆਂ ਨਾਲ ਉਹਨਾਂ ਨੇ 7 ਟੋਕਰੇ ਭਰੇ ਹੋਏ ਚੁੱਕ ਲਏ। ਆਪਾਂ ਹੁਣ ਦੇਖਣਾ ਹੈ 7 ਕੀ ਹੈ। 7 ਟੋਕਰੇ, ਟੁਕੜਿਆਂ ਦੇ 7 ਟੋਕਰੇ ਚੁੱਕ ਲਏ। 7 ਟੋਕਰੇ ਜਿਹੜੇ ਆ, ਜਿੱਦਾਂ ਪਰਮੇਸ਼ਰ ਮਾਂ ਦੇ, ਚਾਹੇ ਪਸ਼ੂ ਹੋਵੇ ਚਾਹੇ ਹਿਊਮਨ ਬੀ ਹੋਵੇ, ਕਿਸੇ ਤਰ੍ਹਾਂ ਦਾ ਵੀ ਹੋਵੇ, ਮਤਲਬ ਕਿ ਮਾਂ ਦੇ ਥਣਾਂ ਦੇ ਵਿੱਚ ਜਦੋਂ ਬੱਚੇ ਤੋਂ ਪਹਿਲਾਂ ਦੁੱਧ ਆ ਜਾਂਦਾ ਨਾ, ਪਹਿਲਾਂ ਦੁੱਧ ਦੇ ਨਾਲ ਪਹਿਲੋਂ ਹੀ ਦੇਖੋ ਸਾਡੇ ਪਸ਼ੂ ਮੱਝ ਗਾਂ ਸੂਣ ਵਾਲੀ ਆ, ਔਰ ਇਸਤਰੀ ਦੇ ਬੱਚਾ ਪੈਦਾ ਹੋਣ ਵਾਲਾ ਆ, ਤੇ ਨਿਸ਼ਾਨੀਆਂ ਇਹ ਆ ਪੂਰੀਆਂ। ਬੱਚਾ ਆਉਣ ਤੋਂ ਪਹਿਲਾਂ ਦੁੱਧ ਜਿਹੜਾ ਆ ਉਹ ਪਰਮੇਸ਼ਰ ਪਹਿਲੋਂ ਦੇ ਦਿੰਦਾ ਆ, ਤਿਆਰੀ ਕਰ ਦਿੰਦਾ ਆ ਪਹਿਲਾਂ ਹੀ। ਪ੍ਰਭੂ ਦੇ ਆਪਣੇ ਕਟਵਾਏ ਜਾਣ ਤੋਂ, ਟੁਕੜੇ ਟੁਕੜੇ ਹੋਣ ਤੋਂ ਪਹਿਲਾਂ, ਹੱਥਾਂ 'ਚ ਕਿੱਲ ਠੁਕਵਾਉਣ ਤੋਂ ਪਹਿਲਾਂ, ਪੈਰਾਂ 'ਚ ਕਿੱਲ ਠੁਕਵਾਉਣ ਤੋਂ ਪਹਿਲਾਂ, ਕੰਡਿਆਂ ਦਾ ਤਾਜ ਪਹਿਨਣ ਤੋਂ ਪਹਿਲਾਂ, ਕੋਰੜੇ ਖਾਣ ਤੋਂ ਪਹਿਲਾਂ, ਦਾੜੀ ਪਟਵਾਉਣ ਤੋਂ ਪਹਿਲਾਂ, ਬੱਖੀ 'ਚ ਛੁਰਾ ਮਰਾਉਣ ਤੋਂ ਪਹਿਲਾਂ, ਨਾੜ ਨੂੰ ਵਿੰਨਣ ਤੋਂ ਪਹਿਲਾਂ ਪ੍ਰਭੂ ਨੇ ਥਣਾਂ ਦੇ ਵਿੱਚ ਮਾਂ ਦੇ ਦੁੱਧ ਪਹਿਲੋਂ ਦੇ ਦਿੱਤਾ। 7 ਦੇ ਆਪਣੇ ਸਰੀਰ ਦੇ ਟੁਕੜੇ ਜਿਹੜੇ ਇਹਨਾਂ 7 ਟੋਕਰਿਆਂ ਦੇ ਵਿੱਚ ਪਾ ਦਿੱਤੇ ਆ। ਸਾਰੇ ਆਖੋ ਹਾਲੇਲੂਇਆ, ਧੰਨ ਪਰਮੇਸ਼ਰ, ਤੂੰ ਸ਼ਹੀਦ ਹੋਣ ਲਈ ਨਹੀਂ ਸਾਡੇ ਲਈ ਆਇਆ, ਨਾ ਕੋਈ ਧਰਮ ਬਣਾਉਣ ਲਈ ਸਾਡੇ ਲਈ ਆਇਆ, ਤੂੰ ਤਾਂ ਧਰਮਾਂ 'ਚੋਂ ਕੱਢਣ ਦੇ ਲਈ ਆਇਆ। ਤੂੰ ਤਾਂ ਸਾਨੂੰ ਸਾਡੇ ਜਨਮਾਂ ਦੇ ਪਾਪਾਂ ਨੂੰ ਚੁੱਕਣ ਦੇ ਲਈ ਆਇਆ, ਸਾਡੇ ਕੀਤੇ ਹੋਏ ਪਾਪ, ਕੀਤੀਆਂ ਹੋਈਆਂ ਗਲਤੀਆਂ ਨੂੰ ਸਾਡੀਆਂ ਨੂੰ ਧੋਣ ਦੇ ਲਈ ਆਪਣੇ ਖੂਨ ਦੇ ਨਾਲ ਆਇਆ, ਸਾਨੂੰ ਆਪਣੇ ਖੂਨ ਨਾਲ ਨਰਕ 'ਚੋਂ ਕੱਢਣ ਦੇ ਲਈ ਆਇਆ, ਜਿੱਥੋਂ ਕੀੜੇ ਮੁੱਕਦੇ ਨਹੀਂ, ਲਾਵਾ ਠੰਡਾ ਹੁੰਦਾ ਨਹੀਂ, ਅੱਗ ਉੱਥੇ ਦੀ ਬੁਝਦੀ ਨਹੀਂ, ਉਸ ਨਰਕ ਦੀ, ਜਿੱਥੋਂ ਤੂੰ ਸਾਨੂੰ ਆਪਣਾ ਖੂਨ ਦੇ ਕੇ ਕੱਢਿਆ, ਆਪਣੇ ਟੁਕੜੇ ਸਰੀਰ ਦੇ ਕੇ। ਇਹ 7 ਦੇ ਟੁਕੜੇ ਜਿਹੜੇ ਅੱਜ ਟੋਕਰੇ ਭਰੇ ਆ, 7 ਅੱਜ ਭਰ ਦਿੱਤੇ। ਮਾਂ ਦੇ ਥਣਾਂ 'ਚ ਦੁੱਧ ਪਹਿਲੋਂ ਪਾ ਦਿੱਤਾ, ਤੂੰ ਦੁੱਧ ਪਹਿਲੋਂ ਪਾ ਦਿੱਤਾ, ਤੇ ਟੁਕੜੇ ਤੂੰ ਆਪਣੇ ਸਰੀਰ ਦੇ ਕਰਵਾਏ, ਔਰ ਉਹ 7 ਅੱਜ ਟੋਕਰੇ ਭਰ ਦਿੱਤੇ ਉਸ 7 ਦੇ ਨਾਲ। 7 ਗਿਣਤੀ ਦਾ 7 ਨਹੀਂ,
ਕਈ ਵਾਰੀ ਸਾਡੇ ਖਿਆਲ ਦੇ ਵਿੱਚ ਇੱਕ ਉੱਚੀਆਂ ਗੱਲਾਂ ਪਰਮੇਸ਼ਰ ਦੀਆਂ, ਬਹੁਤ ਉਚਾਈ ਦੀਆਂ, ਕਿਉਂਕਿ ਸਾਡੀਆਂ ਸੋਚਾਂ ਬਹੁਤ ਥੱਲੇ ਆ ਔਰ ਪਰਮੇਸ਼ਰ ਦੀਆਂ ਸੋਚਾਂ ਦੀਆਂ ਜੜ੍ਹਾਂ ਪਤਾਲਾਂ 'ਚ ਤੇ ਉਚਾਈ ਅਸਮਾਨਾਂ ਤੋਂ ਉੱਪਰ ਆ। ਸਾਡੀ ਸਮਝ ਵਿੱਚ ਨਹੀਂ ਆ ਸਕਦੀਆਂ ਤੇ ਨਾ ਪਕੜ 'ਚ। ਜਿਵੇਂ ਹਵਾ ਨਹੀਂ ਪਕੜ 'ਚ ਆਉਂਦੀ, ਚਾਨਣਾ ਨਹੀਂ ਪਕੜ 'ਚ ਆਉਂਦਾ, ਹਨੇਰਾ ਵੀ ਨਹੀਂ ਪਕੜ 'ਚ ਆਉਂਦਾ, ਜਿੱਦਾਂ ਮਰਜ਼ੀ ਮੁੱਠ 'ਚ ਫੜ ਲਓ, ਕਦੀ ਵੀ ਨਹੀਂ ਆਉਣਾ। ਇੱਦਾਂ ਹੀ ਪਰਮੇਸ਼ਰ ਦੇ ਬਚਨ ਦੀ ਡੂੰਘਾਈ ਜਿੰਨੀ ਮਰਜ਼ੀ ਅਸੀਂ ਆਪਣੇ ਵੱਲੋਂ ਕਰਦੇ ਫਿਰੀਏ, ਅਸੀਂ ਇਹੀ ਸੋਚਣਾ, ਸਾਨੂੰ ਅਸਲੀਅਤ ਵਿੱਚ ਇਹੋ ਆ ਕਿ ਅਸੀਂ ਕੱਖ ਨਹੀਂ ਹੋ ਜਾਣਦੇ। ਪ੍ਰਭੂ ਤੇਰਾ ਧੰਨਵਾਦ, ਤੂੰ ਮੂੰਹ ਖਲਵਾਇਆ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਤੂੰ ਖੋਲਿਆ ਤੇ ਸਾਨੂੰ ਸਖਣੀਆਂ ਕੜਛੀਆਂ ਨੇ ਰੱਖੀ। ਜਿਹੜਾ ਮੂੰਹ ਖੋਲਦਾ ਆ ਉਹਨੂੰ ਭਰੀ, ਉਹਨੂੰ ਭਰੀ ਆਪਣਾ ਦੁੱਧ ਦੇ ਕੇ ਉਹਨੂੰ ਨਿਵਾਜੀ ਪਿਤਾ। ਜਿਹਦਾ ਬੁੱਲ ਖੁੱਲ੍ਹਦੇ ਆ ਉਹ ਵੀ ਤਰਸ ਤਰਸ ਕੇ ਮੰਗੇ ਇਸ ਚੀਜ਼ ਨੂੰ। ਉਹਨੂੰ ਮਾਣ ਹੰਕਾਰ ਹੀ ਨਾ ਸੜਕੇ ਬਹਿ ਜਾਵੇ ਉਹਨੂੰ ਲੈ ਕੇ ਕਿਤੇ ਕਿ ਮੈਂ ਤਾਂ ਬਹੁਤ ਵਾਧੂ ਹੋ ਗਿਆ ਆ, ਮੈਂ ਤਾਂ ਬਹੁਤ ਵਾਧੂ ਬਚਨ ਵੰਡਣ ਲੱਗ ਗਿਆ ਆ, ਮੈਂ ਤਾਂ ਖਰੇ ਦੂਜਿਆਂ ਨਾਲੋਂ ਕਿੱਡਾ ਕੁੱਚਾ ਹੋ ਗਿਆ। ਉਹ ਕਾਮ ਧੇਨ ਗਊਆਂ ਦੇ ਵੱਗ ਹਜ਼ਾਰਾਂ ਉੱਥੇ ਤੇਰੇ ਨਾਲੋਂ ਕਿਤੇ ਉੱਚੇ ਕਿਤੇ ਸੁੱਚੇ। ਅੰਤ ਨਹੀਂ ਕੋਈ ਅੰਤ। ਇੱਕ ਲੱਤ ਦੇ ਭਾਰ ਖੜੇ ਆ, ਚੌਰਾਂ ਕਰਦੇ ਆ, ਸਾਹਾਂ ਦੇ ਨਾਲ ਨਾਲ ਤੇਰੇ ਪਰਮੇਸ਼ਰ ਵਰਸ਼ਿਪ ਕਰਦੇ ਆ ਤੇ ਕਦੀ ਸੋਚਦੇ ਵੀ ਨਹੀਂ ਅਸੀਂ ਕੁਛ ਹੈਗੇ ਆ। ਸਾਨੂੰ ਦੋ ਕੁ ਗੱਲਾਂ ਆ ਜਾਣ, ਸਾਡੇ ਤੋਂ ਥੋੜ੍ਹੀ ਜਿਹੀ ਪਰਮੇਸ਼ਰ ਦੀ ਕਿਤੇ ਕਿਣਕਾਰੀਣ ਜਿੰਨੀ ਕਿਰਪਾ ਹੋ ਜਾਵੇ, ਅਸੀਂ ਕਹਿੰਦੇ ਸਾਨੂੰ ਤਾਂ ਹੁਣ ਲੋਕੀ ਸਲਾਮਾਂ ਕਰਨ, ਸਾਨੂੰ ਤਾਂ ਲੋਕੀ ਹੁਣ ਜੀ ਕਰਨ, ਸਾਨੂੰ ਤਾਂ ਹੁਣ ਬਹੁਤ ਮਤਲਬ ਕਿ ਅਸੀਂ ਜਾਈਏ ਘਰ ਸਾਡੇ ਲਈ ਤਾਂ ਤੇਲ ਚੋਣ, ਸਾਡੇ ਵਾਸਤੇ ਤਾਂ ਫੁੱਲ ਚੜਾਉਣ। ਹਾਂ, ਉਹ ਵੀ ਜਿੱਥੋਂ ਵੱਡਾ ਲਿਫਾਫਾ ਮਿਲੇ ਉੱਥੇ ਜਾਣਾ। ਅਸੀਂ ਗਰੀਬਾਂ ਦੀ ਝੁੱਗੀ ਨਹੀਂ ਜਾਣਾ, ਗਰੀਬਾਂ ਦੇ ਅਸੀਂ ਫੋਨ ਨਹੀਂ ਚੱਕਣੇ। ਆਹ ਹਾਲਤ ਸਾਡੀ ਆ। ਹੋਏ ਅਸੀਂ ਡਰੀਏ ਉੱਥੋਂ, ਅਸੀਂ ਹੈ ਕੀ ਮਿੱਟੀ ਦੇ, ਉਹ ਮਿੱਟੀ ਦੇ ਆ ਬਾਵਿਆ, ਮਿੱਟੀ 'ਚ ਮਿਲ ਜਾਣਾ। ਉਹ ਮਿੱਟੀ ਦਾ ਬਣਾਇਆ ਤੈਨੂੰ, ਮਿੱਟੀ 'ਚ ਹੀ ਮੁੜ ਜਾਣਾ। ਤੈਨੂੰ ਮਿੱਟੀ ਦਾ ਬਣਾਇਆ ਪ੍ਰਭੂ ਨੇ, ਤੈਨੂੰ ਮਿੱਟੀ ਦਾ ਬਣਾਇਆ, ਤੂੰ ਮਿੱਟੀ 'ਚ ਹੀ ਮੁੜ ਜਾਣਾ। ਕਾਹਦਾ ਗਮਾਨ ਆ ਤੇਰਾ, ਕਾਹਦਾ? ਤੂੰ 7 ਟੋਕਰੇ, 7 ਦੇ ਟੋਕਰੇ ਪ੍ਰਭੂ ਨੇ ਉਸ 7 ਦੇ, ਜਿਵੇਂ 1 2 3 4 5 6 7 ਨੋ, ਇਹ ਗਿਣਤੀ ਨਹੀਂ। 7 ਨਾ ਮਿਟਣ ਵਾਲਾ, 7 ਨਾ ਨਾਸ ਹੋਣ ਵਾਲਾ, 7 ਸਦਾ ਰਹਿਣ ਵਾਲਾ, ਉਹ ਟੋਕਰੇ 7 ਭਰੇ ਆ। ਅੱਜ ਪ੍ਰਭੂ ਨੇ ਸਾਨੂੰ ਅੱਜ ਉਹ ਗੱਲ ਦੱਸੀ ਆ ਕਿ ਇਹ 7 ਦੇ ਮਾਂ ਦੇ ਥਣਾਂ ਦੇ ਵਿੱਚ ਦੁੱਧ ਮੈਂ ਪਹਿਲੋਂ ਪਾ ਦਿੱਤਾ ਆ। ਆਪਣੇ ਟੋਟੇ ਟੋਟੇ ਸਰੀਰ ਦੇ ਜਿਹੜੇ ਕੀਤੇ ਆ ਟੁਕੜੇ 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 ਕੀਤੇ ਆ, ਉਹਨਾਂ ਦੇ ਨਾਲ 7 ਟੋਕਰੇ ਭਰ ਦਿੱਤੇ ਆ। ਚੱਕੋ ਤੇ ਵੰਡੋ, ਖਾਓ, ਜੀਵਨ ਦੀ ਰੋਟੀ ਮੈਂ ਹਾਂ। ਮਾਣ ਨਾ ਕਰਿਓ, ਜੇ ਮਾਣ ਕੀਤਾ ਤੇ ਪਰਮੇਸ਼ਰ ਨੇ ਕਿਹਾ ਜਦੋਂ ਮੈਂ ਧਰਤੀ ਤੇ ਆਉਣਾ ਤੇ ਮੈਂ ਸਭ ਦੇ ਇਮਤਿਹਾਨ ਇੱਦਾਂ ਦੇ ਕਰੜੇ ਉਸ ਵੇਲੇ ਲੈਣੇ ਆ ਨਾ, ਅੱਗ 'ਚ ਪਾਏ ਜਾਣਾ। ਉਸ ਵੇਲੇ ਜਿਹੜੇ ਨਿਰਮਲ ਕਰਮ ਹੋਣਗੇ, ਉਹਦਾ ਬੱਚਾ ਬਣ ਕੇ ਰਿਹਾ ਹੋਊਗਾ, ਉਹਨੂੰ ਸੇਕ ਨਹੀਂ ਪਊਗਾ। ਤੇ ਖਰੇ ਜਿਹੜੇ ਆ ਖਜ਼ਾਨੇ 'ਚ ਪੈਣਗੇ ਤੇ ਖੋਟੇ ਜਿਹੜੇ ਆ ਉਹ ਬਾਹਰ ਸਿੱਟੇ ਜਾਣਗੇ। ਹੁਣ ਅਸੀਂ ਸਮਝਣਾ ਕਿ ਸਾਡੇ ਅੰਦਰ ਖਰਿਆਈ ਆ ਕਿ ਸਾਡੇ ਅੰਦਰ ਜਿਲਸ ਪਈ ਆ। ਸਾਡੇ ਅੰਦਰ ਕਿਸੇ ਦਾ ਸੁੱਖ ਸੁਣ ਕੇ ਲਾਲੀ ਚੜ੍ਹਦੀ ਆ, ਖੁਸ਼ੀ ਹੁੰਦੀ ਆ, ਕਿ ਜਾਂ ਸਾਡੀ ਸਕਿਨ ਡੈਡ ਹੋ ਜਾਂਦੀ ਆ ਕਿਸੇ ਦੀ ਸੁਣ ਕੇ, ਅੱਖਾਂ ਮਰਝਾ ਜਾਂਦੀਆਂ ਆ, ਦਿਲ ਬੁੱਝ ਜਾਂਦਾ ਆ। ਉਹ ਫਲਾਨੇ ਦੇ ਤਾਂ ਆ ਹੋਇਆ, ਸਾਡੇ ਨਹੀਂ ਹੋਇਆ। ਹਰ ਗੱਲ ਦੇ ਨਾਲ ਸਾਡੇ ਅੰਦਰ ਤਾਂ ਜਿਲਸ ਪਈ ਆ। 2 ਬੱਚੇ ਆ ਨਾ ਘਰ 'ਚ, ਇੱਕ ਬੱਚੇ ਨੂੰ ਮਾੜਾ ਜਿਹਾ ਚੰਗਾ ਕਹਿ ਦੋ, ਦੂਜੇ ਬੱਚੇ ਦੇ ਤੁਸੀਂ ਇਹਨੂੰ ਪਿਆਰ ਕਰਦੇ ਆ, ਮੈਨੂੰ ਨਹੀਂ। ਇੰਨੀ
ਉਹ ਬੱਚੇ ਦੇ ਤਾਂ ਜਨਮ ਤੋਂ ਹੀ, ਕਿਉਂਕਿ ਆਦਮ ਤੋਂ ਜਿਹੜੀ ਗਲਤੀ ਹਵਾ ਤੋਂ ਪਰਮੇਸ਼ਰ ਦੇ ਸਾਜਿਆਂ ਤੋਂ ਹੋਈ ਸੀ ਨਾ, ਉਹ ਖੂਨ ਆ ਸਾਡੇ ਵਿੱਚ, ਸਾਡੇ ਵੱਸ ਨਹੀਂ। ਪਰ ਛੁੱਟਣ ਲਈ ਪਰਮੇਸ਼ਰ ਨੇ ਸਾਡੇ ਵੱਸ ਵਿੱਚ ਸਾਨੂੰ ਦਿਮਾਗ ਨਾਲ ਦਿੱਤਾ ਹੈ, ਛੁੱਟਣ ਦੇ ਲਈ। ਜ਼ਬਰਦਸਤੀ ਸਾਰਾ ਕੁਛ ਹੀ ਅਸੀਂ ਦੇਖੀ ਜਾਂਦੇ, ਖਾਈ ਜਾਂਦੇ, ਉਡਾਈ ਜਾਂਦੇ ਹਾਂ, ਪਰ ਇਸ ਪਾਸੇ ਨੂੰ ਜ਼ਬਰਦਸਤੀ ਮਨ ਕਿਉਂ ਨਹੀਂ ਮੋੜਦੇ ਬਈ? ਇੱਧਰ ਨੂੰ ਵੀ ਮੁੜੋ, ਇਹਦੀ ਵੀ ਸੋਚ ਲਓ, ਇਹਦੀ ਵੀ ਸੋਚ ਲੈ ਲਓ ਕਿ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਦੇਖੋ, ਆਪਣਾ ਬਦਨ ਪਰਮੇਸ਼ਰ ਨੇ ਟੋਟੇ ਟੋਟੇ ਕਰਕੇ ਜਿਵੇਂ ਮਾਂ ਛੋਟੇ ਜਿਹੇ ਬੱਚੇ ਨੂੰ ਚੂਰੀ ਕੁੱਟ ਕੇ ਜਾਂ ਨਿੱਕੀਆਂ ਬੁਰਕੀਆਂ ਉਹਦੇ ਮੂੰਹ 'ਚ ਪਾਉਂਦੀ ਆ, ਉਹਨੇ ਨਾ ਟੁਕੜੇ ਕਰਕੇ ਆਪਣੇ ਸਰੀਰ ਦੇ ਇਹਨਾਂ 7 ਟੁਕੜਿਆਂ ਦੇ ਵਿੱਚ ਪਾਤੇ ਆ। ਪਹਿਲੋਂ ਮਾਂ ਦੇ ਥਣਾਂ 'ਚ ਦੁੱਧ ਦੇ ਦਿੱਤਾ, ਬੱਚਾ ਜਨਮਣ ਤੋਂ, ਕਬਰ 'ਚ ਨਿਕਲਣ ਤੋਂ, ਕਬਰ 'ਚ ਜਾ ਕੇ ਨਿਕਲਿਆ ਬਾਅਦ ਵਿੱਚ, ਪਰ ਮਾਂ ਦੇ ਥਣਾਂ 'ਚ, ਭਾਵ ਕਿ ਸਾਨੂੰ ਬੱਚਿਆਂ ਨੂੰ ਤਿਆਰ ਕੀਤਾ ਸੀ, ਦੁੱਧ ਪਹਿਲੋਂ ਰੈਡੀ ਕੀਤਾ ਸਾਡੇ ਲਈ। ਟੁਕੜੇ ਦੇ ਪ੍ਰਤੱਖ ਜਿਹੜੇ ਸੀ, ਦ੍ਰਿਸ਼ਟਾਂਤ ਜਿਹੜੇ ਸੀ, ਉਹ ਦੇ ਦਿੱਤੇ ਕਿ ਇਸ ਤਰ੍ਹਾਂ ਜਿਹੜਾ ਸੱਤ ਆ, ਕਾਇਮ ਰਹਿਣ ਵਾਲਾ, ਨਾਸ ਨਾ ਹੋਣ ਵਾਲਾ, ਸਦੀਪ ਰਹਿਣ ਵਾਲਾ, ਸਦਾ ਸੱਤ ਹੀ ਸੱਤ ਆ, ਸਭ ਕੁਛ ਹੋਰ ਕੁਛ ਹੈ ਹੀ ਨਹੀਂ, ਹੈ ਹੀ ਸੱਤ। 1 2 3 4 5 6 7 ਨਹੀਂ, ਸੱਤ ਉਹ ਜਿਹੜਾ ਸੱਤ ਹੀ ਸੱਤ ਆ, ਸਭ ਕੁਛ ਸੱਤ, ਸਭ ਕੁਛ ਸੱਤ, ਸਭ ਕੁਛ ਸੱਤ, ਸਭ ਕੁਛ ਸੱਤ। ਪਰਮੇਸ਼ਰ ਦਾ ਨਾਮ ਸੱਤ, ਹੋਰ ਕੁਛ ਵੀ ਹੈ ਨਹੀਂ, ਉਹ ਸੱਤ। ਸਦੀਪ ਸਦਾ ਅਮਰ। ਉਹ ਟੋਕਰੇ ਜਿਹੜੇ ਆ ਵੰਡਣ ਨੂੰ ਦੇ ਦਿੱਤੇ, ਅਤੇ ਖਾਣ ਵਾਲੀਆਂ ਜਨਾਨੀਆਂ ਅਤੇ ਬਾਲਕਾਂ ਤੋਂ ਬਿਨਾਂ 4000 ਮਰਦ ਸਨ। ਤੇ ਪਰਮੇਸ਼ਰ ਦੇ ਲਈ ਇਹ ਵੀ ਕੋਈ ਵੱਡਾ ਕ੍ਰਿਸ਼ਮਾ ਨਹੀਂ। 4000 ਸੀਗੇ ਜਾਂ 10000 ਸੀਗੇ ਜਾਂ 20,000 ਹੋਣਗੇ, 30 ਹੋਣਗੇ ਜਾਂ 40 ਹੋਣਗੇ। ਕੱਲ੍ਹ ਵੀ ਇਹੀ ਬਚਨ ਹੋਇਆ ਸੀ, ਪਰਮੇਸ਼ਰ ਤਾਂ ਇੰਨਾ ਕਿ ਮਤਲਬ ਹੁਕਮ ਦੇਵੇ ਤੇ ਉਤੋਂ ਉਹ ਟੋਕਰੇ ਇੰਨੇ ਮੀਂਹ ਵਰ ਜਾਊਗਾ ਉੱਥੇ ਪ੍ਰਸ਼ਾਦਿਆਂ ਦਾ। ਪਰਮੇਸ਼ਰ ਨੇ ਜਦੋਂ ਸਾਨੂੰ ਹਵਾ ਦਿੱਤੀ ਆ, ਹਵਾ ਦੇ ਨਾਲ ਸਾਹ ਅੰਦਰ ਵੀ ਤੇ ਹਵਾ ਦੇ ਨਾਲ ਸਾਡੇ ਚਿਹਰੇ 'ਤੇ ਵੀ ਰਵਾਨਗੀ ਆਉਂਦੀ ਆ। ਇਸੇ ਤਰ੍ਹਾਂ ਹੀ ਸਾਨੂੰ ਉਹ ਪਰਮੇਸ਼ਰ ਨੇ ਰੋਟੀਆਂ ਦੇ ਨਾਲ ਵੀ ਰਜਾਇਆ ਔਰ ਬਚਨ ਦੇ ਟੁਕੜਿਆਂ ਨਾਲ ਵੀ ਸਦਾ ਲਈ ਸਾਨੂੰ ਰਜਾਇਆ ਹੈ। ਸਾਨੂੰ ਸਦਾ ਲਈ ਵੀ, ਜਿੱਥੇ ਜਿਹੜੇ ਮੁਲਕਾਂ ਵਿੱਚ ਪਰਮੇਸ਼ਰ ਯਿਸੂ ਮਸੀਹ ਦੇ ਅੰਡਰ ਚੱਲਦੇ ਆ ਜਿਹੜੇ ਮੁਲਕ, ਉਹਨਾਂ ਮੁਲਕਾਂ ਦੇ ਵਿੱਚ ਉਹਦੇ ਨਾਮ ਦੇ ਵਿੱਚ, ਉਹ ਤੋਂ ਡਰ ਦੇ ਵਿੱਚ, ਉਹਦੇ ਭੈ ਦੇ ਵਿੱਚ ਚੰਗੇ ਲੋਕ ਬਣੇ ਹੋਏ ਆ। ਉਹਨਾਂ ਦੇ ਖੂਨ ਵਿੱਚ ਸਮਾਇਆ ਹੋਇਆ ਡਰ ਕਿ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ, ਜਿੰਨਾ ਹੋ ਸਕੇ ਦੁਖੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਸਭ ਤੋਂ ਜ਼ਿਆਦਾ ਸੁੱਖ ਦੇਣਾ ਆ। ਇਸੇ ਕਰਕੇ ਹੀ ਪਰਮੇਸ਼ਰ ਉਹਨਾਂ ਨੂੰ ਇਹ ਨਹੀਂ ਵੀ ਦਿਨ ਰਾਤ ਮਾਲਾ ਫੇਰੀ ਜਾਓ ਤੇ ਅੰਦਰ ਖੋਟ ਨਾ ਛੱਡੋ, ਦਿਨ ਰਾਤ ਕਥਾ ਕੀਰਤਨ ਕਰੀ ਜਾਓ, ਗੀਤ ਗਾਈ ਜਾਓ ਪ੍ਰਭੂ ਦੇ, ਪਰ ਖੋਟ ਨਾ ਛੱਡੋ। ਦੂਜੇ ਨੂੰ ਦੇਖੋ ਮੇਰੇ ਤੋਂ ਵਾਧੂ ਗੀਤ ਗਾਤਾ ਤੇ ਸੜਕੇ ਹੀ ਇੱਦਾਂ ਦੇ ਹੋ ਜਾਓ, ਉੱਥੇ ਕੋਈ ਖੁਸ਼ੀ ਨਾ ਆਵੇ। ਜੇ ਕੋਈ ਦੂਸਰੇ ਦੇ ਕੋਠੀ ਸੁੰਦਰ ਬਣ ਗਈ ਆ ਤੇ ਅੰਦਰ ਇੰਨੀ ਜਲਸ ਆ ਗਈ ਕਿ ਮੇਰੀ ਇਹਦੇ ਨਾਲੋਂ ਉੱਚੀ ਹੋਣੀ ਚਾਹੀਦੀ ਸੀਗੀ। ਹੁਣ ਭਾਵੇਂ ਉੱਤੇ ਛੋਟਾ ਜਿਹਾ ਹੀ ਹਿੱਸਾ ਬਣਾਵੇ, ਕਹਿੰਦਾ ਮੈਂ ਉਹਦੇ ਨਾਲ ਉੱਚੀ ਕਰ ਲਵਾਂ। ਜਿੰਨਾ ਚਿਰ ਸਾਡੇ ਅੰਦਰੋਂ ਇਹ ਚੀਜ਼ਾਂ ਨਹੀਂ ਜਾਣਗੀਆਂ, ਉਹਨਾਂ ਚਿਰ ਪਰਮੇਸ਼ਰ ਕਹਿੰਦਾ ਜਦੋਂ ਮੈਂ ਧਰਤੀ 'ਤੇ ਆਉਣਾ, ਚੰਗੀ ਤਰ੍ਹਾਂ ਧਿਆਨ ਲੈ ਜਾਣੇ ਆ। ਤੇ ਫਿਰ ਕੀ ਕਹਿਣਾ ਉਸ ਵੇਲੇ ਪਰਮੇਸ਼ਰ ਕਹਿੰਦਾ ਮੈਨੂੰ ਬਹੁਤ ਪ੍ਰਭੂ ਦੇ ਦਾਸਾਂ ਨੇ, ਆਪਣੇ ਆਪ ਨੂੰ ਪ੍ਰਭੂ ਦੇ ਦਾਸ ਕਹਾਉਣ ਵਾਲਿਆਂ ਨੇ ਬੜੇ ਹਮੇ ਦਾਵੇ ਨਾਲ ਮੇਰੇ ਕੋਲ ਆ ਕੇ ਕਹਿਣਾ, ਪ੍ਰਭੂ ਜੀ ਅਸੀਂ ਤੇਰੇ ਨਾਂ 'ਚ ਭੂਤ ਨਹੀਂ ਕੱਢੇ, ਅਸੀਂ ਤੇਰੇ ਨਾਮ ਦੇ ਵਿੱਚ ਬਰਕਤਾਂ ਨਹੀਂ ਵੰਡੀਆਂ, ਅਸੀਂ ਤੇਰੇ ਨਾਂ ਦੇ ਵਿੱਚ ਪ੍ਰਭੂ ਜੀ ਭ੍ਰਿਸ਼ਟ ਰੂਹਾਂ ਨੂੰ ਨਹੀਂ ਬਾਹਰ ਕੱਢਿਆ। ਤੋ ਭਲਿਓ ਲੋਕੋ, ਪਰਮੇਸ਼ਰ ਕਹਿੰਦਾ ਮੈਂ ਕਹੂੰਗਾ ਮੈਂ ਤਾਂ ਤੁਹਾਨੂੰ ਜਾਣਦਾ ਹੀ ਨਹੀਂ, ਤੁਸੀਂ ਕੌਣ ਆ। ਹੋ ਇੱਥੇ ਤਾਂ ਸੋਚਣ ਵਾਲੀ ਗੱਲ ਆ। ਕਿਉਂ ਨਹੀਂ ਜਾਣਦਾ ਪ੍ਰਭੂ? ਉਹਨਾਂ ਨੇ ਇੰਨਾ ਕੰਮ ਕੀਤਾ, ਕੰਮ ਤਾਂ ਕੀਤਾ ਉਹਨਾਂ ਨੇ ਨਹੀਂ ਕੀਤਾ, ਕੰਮ ਤਾਂ ਕੀਤਾ ਸੀ ਪ੍ਰਭੂ ਨੇ।
ਉਹਨਾਂ ਨੇ ਆਪਣਾ ਤਾਪਣੀ ਰੱਖ ਲਈ ਮੁਰੇ, ਇੱਥੋਂ ਤੱਕ ਪਣਤ ਰੱਖ ਲਈ ਵੱਡੀ ਵੱਡੀਆਂ ਗੱਡੀਆਂ, ਤੇ ਹੁਣ ਉਸੇ ਕਲੀਸਿਆ ਦੇ ਸਿਰ ਤੋਂ ਵੱਡੇ ਵੱਡੇ ਮਹਿਲ ਤੇ ਬੜੀਆਂ ਮਤਲਬ ਕਿ ਇਮਾਰਤਾਂ ਬਣਾ ਕੇ ਬੜੇ ਬੜੇ ਚਰਚਾਂ ਦੇ ਉੱਤੇ ਪੈਸਾ ਲਾਤਾ ਚੱਲਣ ਦੇ ਇਸੇ ਕੰਮ ਦੇ ਦੁਆਲੇ। ਇਸੇ ਤਰ੍ਹਾਂ ਆਪਾਂ ਇੱਥੋਂ ਇਹਨੂੰ ਅੱਧੇ ਘੰਟੇ ਦੀ ਹੋਈ ਆ, ਆਪਾਂ ਅੱਧੇ ਘੰਟੇ ਤੋਂ ਕਿਉਂਕਿ ਸੁਣਨੇ ਵਾਲੇ ਨੂੰ ਸੌਖੀ ਹੋ ਜੂਗੀ, ਆਪਾਂ ਇੱਥੋਂ ਹੀ ਕੱਟ ਕੇ ਔਰ ਸ਼ੁਰੂ ਕਰਦੇ ਹਾਂ ਫਿਰ ਇੱਦਾਂ ਹੀ।